ਆਓ ਸੁਣੀਏ ਜ਼ੁਬੈਰ ਅਹਿਮਦ ਦੀ ਕਹਾਣੀ ਇੱਕ ਪੁਰਾਣੇ ਡਰ ਦੀ ਯਾਦ। ਮੱਧ ਭਾਦੋਂ ਹੋਣਾ। ਰਾਤੀਂ ਪਤਾ ਨਹੀਂ ਕਿੰਨਾ ਮੀਂਹ ਪਿਆ, ਪਰ ਸਵੇਰੇ ਕਣੀ ਕਣੀ ਵਰਦੇ ਮੀਂਹ ਨੇ ਤਾਰ ਜੋੜੀ ਰੱਖੀ। ਦੁਪਹਿਰੀ ਆਪੇ ਹੀ ਵਾਹ ਝੁੱਲਣ ਲੱਗੀ, ਜੋ ਮੀਂਹ ਨਾਲੋਂ ਬਹੁਤੀ ਚੰਗੀ, ਤੇ ਮੀਂਹ ਵੀ ਅਚੱਕ ਗਿਆ। ਮੈਨੂੰ ਸ਼ਾਮੀ ਸੈਲ ਕਰਨ ਦੀ ਵਾਦੀ। ਇਸ ਉਮਰੇ ਜਾਪੇ ਇੰਜ ਖੌਰੇ ਬੰਦਾ ਵੱਲ ਰਹਿ ਸਕਦਾ ਏ। ਉਂਝ ਸੱਠਾਂ ਵਿੱਚ ਸਾਡੇ 100 ਬਿਮਾਰੀਆਂ ਚਿੰਬੜ ਜਾਵਣ। ਆਪਣੇ ਵੱਲੋਂ ਮੈਂ ਬੇਧਿਆਨਾ ਉਸ ਪਾਰਕ ਵੱਲ ਤੁਰ ਗਿਆ, ਜਿਹੜਾ ਘਰ ਤੋਂ ਲਾਗੇ ਤੇ ਜਿੱਥੇ ਰੋਜ਼ ਜਾਂਦਾ ਹਾਂ। ਉੱਥੇ ਸੁੱਖੀ ਆ ਜਾਵੇ ਤੇ ਇੰਜ ਗੱਲਾਂ ਕਰਦਿਆਂ ਪਤਾ ਨਾ ਲੱਗੇ। ਸੁੱਖੀ ਗੁਆਂਢੀ ਏ ਤੇ 2-4 ਗਲੀਆਂ ਛੱਡ ਕੇ ਉਹਦਾ ਘਰ। ਜਦ ਪਾਰਕ ਅੱਪੜਿਆ ਤੇ ਹੈਰਾਨ। ਪਾਰਕ ਵੇਖ ਕੇ ਸਾਰ ਹੋਈ ਰਾਤੀਂ ਕਿੰਨਾ ਮੀਂਹ ਪਿਆ ਹੋਣਾ। ਪਾਰਕ ਪਾਣੀ ਨਾਲ ਭਰਿਆ ਪਿਆ ਤੇ ਸਾਡੇ ਪੈਦਲ ਦਾ ਰਾਹ ਵਿੱਚੋਂ ਵਿੱਚੋਂ ਸੁੱਕਾ, ਜਿੱਥੇ 1-2 ਬੰਦੇ ਚੱਲਦੇ ਨਜ਼ਰੀ ਪਏ। ਮੈਂ ਵੀ ਪਾਰਕ ਵੜ ਕੇ ਸੈਲ ਕਰਨ ਦੇ ਕੱਚੇ ਰਾਹ ਉੱਤੇ ਤੁਰਨ ਲੱਗਾ। ਵਿੱਚ ਪਾਣੀ ਖਲੋਤਾ ਹੋਵੇ ਤੇ 2-4 ਬੰਦੇ ਇੱਧਰੋਂ ਉੱਧਰੋਂ ਪੋਲੇ ਪੋਲੇ ਪੈਰ ਰੱਖਦੇ ਬਚਾ ਬਚਾ ਕੇ ਤੁਰੀ ਜਾਵਣ। ਥੋੜਾ ਚੱਲਿਆ ਤੇ ਰਾਹ ਵਿੱਚ ਇੱਕ ਮੋਇਆ ਕਾਂ ਪਿਆ ਦਿਸਿਆ। ਮੀਂਹ ਦੇ ਪਾਣੀ ਨਾਲ ਉਹ ਕੁਝ ਮਿੱਟੀ ਵਿੱਚ ਦੱਬਿਆ ਤੇ ਕੁਝ ਮਿੱਟੀ ਉੱਤੇ। ਮਸਾਂ ਮੇਰੇ ਪੈਰਾਂ ਥੱਲੇ ਆਉਂਦਾ ਬਚਿਆ। ਪਾਰਕ ਵਿੱਚ ਇੱਕ ਨੁਕਰੇ ਗੰਦ ਦਾ ਢੇਰ, ਜੋ ਪਾਣੀ ਦਾ ਤ੍ਰਿੱਖਾ ਵਹਿਣ ਉੱਥੇ ਸੁੱਟ ਗਿਆ ਹੁਣ। ਜ਼ਰਾ ਹੋਰ ਅੱਗੇ ਗਿਆ ਤੇ ਰਾਹ ਵਿੱਚ ਗੰਦ ਦਾ ਇੱਕ ਹੋਰ ਢੇਰ, ਜਿਸ ਵਿੱਚ ਗਾਰਾ ਪੱਥਰ, ਖਾਲੀ ਡੱਬੇ ਤੇ ਚਿੱਟੇ ਛਾਪਰ। ਪਾਰਕ ਦੇ ਘਾਹ ਵਿੱਚੋਂ ਮਿੱਟੀ ਸੜੇ ਪਾਣੀ ਦੀ ਅਜਬ ਜਿਹੀ ਮੁਸ਼ਕ ਆਈ ਤੇ ਮੇਰਾ ਸਾਹ ਘੁੱਟਣ ਲੱਗਾ। ਛੇਤੀ ਨਾਲ ਪਾਰਕ ਤੋਂ ਬਾਹਰ ਨਿਕਲਿਆ ਤੇ ਸਰ ਜੀ ਮਿਲ ਗਏ। ਉਹ ਪਾਰਕ ਤੋਂ ਬਾਹਰ ਹੀ ਪੱਕੀ ਸੜਕ ਉੱਤੇ ਸੈਲ ਕਰਦੇ ਪਏ ਹੋਵਣ। ਪਤਾ ਨਹੀਂ ਉਹਨਾਂ ਦਾ ਨਾਂ ਕੀ ਏ, ਪਰ ਸਾਰੇ ਉਹਨਾਂ ਨੂੰ ਸਰ ਜੀ ਆਖ ਬੁਲਾਵਣ। ਤੇਰਾ ਬੇਲੀ ਕਿੱਥੇ? ਅੱਜ ਨਹੀਂ ਆਇਆ। ਇਸ ਪਾਰਕ ਦੀ ਕਿਸੇ ਸਫਾਈ ਨਹੀਂ ਕਰਨੀ। ਇੰਜ ਹੀ ਹੌਲੀ ਹੌਲੀ ਠੀਕ ਹੋ ਜਾਏਗਾ। ਮੇਰੇ ਕੋਲੋਂ ਤਾਂ ਪਾਰਕ ਅੰਦਰ ਵੜਿਆ ਨਹੀਂ ਗਿਆ, ਤੁਸੀਂ ਕਿੰਜ ਵੜ ਗਏ? ਕਿੰਨੀ ਬੋ ਏ, ਮੇਰਾ ਤਾਂ ਦਮ ਘੁੱਟਦਾ ਏ। ਬਸ ਮੈਂ ਇੱਕ ਚੱਕਰ ਹੀ ਲਾਇਆ ਏ। ਤ੍ਰਿੱਖੀ ਆਵਾਜ਼ ਝੁੱਲੇ ਪਈ ਤੇ ਬੱਦਲ ਸਵੇਰ ਤੋਂ ਨਿੱਕੇ ਬਾਲਾਂ ਹਾਰ ਬੇਚੈਨ ਫਿਰਦੇ ਪਏ ਸਨ। ਕਦੀ ਜਾਪਦਾ ਹੁਣੇ ਫਿਰ ਮੀਂਹ ਪੈ ਜਾਣਾ ਏ ਤੇ ਕਦੀ ਧੁੱਪ ਜਿਹੀ ਨਿਕਲ ਆਏ। ਉਹਨਾਂ ਨੂੰ ਖੁਦਾ ਹਾਫਿਜ਼ ਆਖ ਮੈਂ ਸੈਲ ਲਈ ਇੱਕ ਹੋਰ ਪਾਸੇ ਤੁਰ ਪਿਆ। ਕਦੀ ਕਦਾਈ ਮੀਂਹ ਦੇ ਦਿਨਾਂ ਵਿੱਚ ਮੈਂ ਤੇ ਸੁੱਖੀ ਇਸ ਰਾਹ ਉੱਤੇ ਸੈਲ ਕਰਨੇ ਆ। ਇਸ ਰਾਹ ਦੀ ਦੱਸ ਮੈਨੂੰ ਸੁੱਖੀ ਨਹੀਂ ਪਾਈ, ਜੋ ਨਵੇਂ-ਨਵੇਂ ਰਾਹ ਲੱਭਦਾ ਰਹਿੰਦਾ ਏ। ਇਹ ਰਾਹ ਨਹਿਰ ਵੱਲ ਜਾਂਦਾ ਏ। ਚੌੜੀ 2 ਪਾਸੀ ਸੜਕ ਤੇ ਕਨਾਲ ਦੀਆਂ ਸ਼ਾਨਦਾਰ ਕੋਠੀਆਂ। ਲਾਹੌਰ ਦਾ ਇਹ ਸੌਖਾ ਇਲਾਕਾ। 2 ਪਾਸੀ ਸੜਕ ਵਿਚਕਾਰ ਚੌੜੀ ਘਾਹ ਦੀ ਪੱਟੀ, ਜਿੱਥੇ ਸ਼ੇਰ ਦਾ ਇੱਕ ਬੁੱਤ ਵੀ ਬਣਿਆ ਹੋਇਆ ਏ। ਘਾਹ ਦੀ ਚੌੜੀ ਪੱਟੀ ਉੱਤੇ ਚੌਕੀਦਾਰਾਂ ਆਪਣੇ ਟੈਂਟ ਲਾਏ ਹੋਏ ਨੇ। ਕਈਆਂ ਦੇ ਹੁੱਕੇ ਬਾਹਰ ਧਰੇ ਹੁੰਦੇ। ਟੈਂਟਾਂ ਵਿੱਚੋਂ ਹਮੇਸ਼ਾ ਇਹਨਾਂ ਦੇ ਹਾਸੇ ਠੱਠੇ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ। ਕਦੀ-ਕਦੀ ਮੈਨੂੰ ਲੱਗਦਾ ਇਹ ਟੈਂਟ ਕੋਠੀਆਂ ਤੋਂ ਬਹੁਤੇ ਆਬਾਦ ਤੇ ਰੌਣਕੀ। ਕੋਠੀਆਂ ਵਿੱਚੋਂ ਤਾਂ ਕਦੀ-ਕਦਾਈ ਕਾਰਾਂ ਜਾਂ ਨਿਕਲ ਰਹੀਆਂ ਹੁੰਦੀਆਂ ਜਾਂ ਵੜ ਰਹੀਆਂ ਹੁੰਦੀਆਂ। ਕੋਠੀਆਂ ਵਿੱਚ ਰਹਿੰਦੇ ਜੀ ਕਦੀ ਨਜ਼ਰੀ ਨਹੀਂ ਪੈਂਦੇ। ਵਿੱਚ ਕਈ ਪਲਾਟ ਖਾਲੀ ਵੀ ਨੇ ਤੇ ਉਹਨਾਂ ਤੇ ਲਿਖਿਆ ਹੋਇਆ ਪਈ ਇਹ ਫਲਾਣੇ ਦੇ ਨਾਂ ਏ, ਕੋਈ ਵੇਚਣ ਖਰੀਦਣ ਦਾ ਆਹਰ ਨਾ ਕਰੇ। ਇੱਥੇ ਇੱਕ ਦੁਆ ਚੌਂਕ ਵੀ ਏ, ਜਿੱਥੇ 2 ਵੱਡੇ ਹੱਥ ਬਣੇ ਹੋਏ ਨੇ, ਜੋ ਦੁਆ ਲਈ ਉੱਠੇ ਹੋਏ ਨੇ। ਮੈਂ ਸਿੱਧਾ ਤੁਰੀ ਜਾਨਾ ਖੱਬੇ ਹੱਥ। ਇੱਥੇ 2 ਬਹੁਤ ਵੱਡੀਆਂ ਕੋਠੀਆਂ ਨੇ, ਜੋ ਕਈ ਕਨਾਲਾਂ ਵਿੱਚ ਹੋਣੀਆਂ। ਇੱਕ ਕੋਠੀ ਦੀਆਂ ਨੁੱਕਰਾਂ ਉੱਤੇ ਚੌਬੁਰਜੀਆਂ ਬਣੀਆਂ ਹੋਈਆਂ ਨੇ, ਜਿਨ੍ਹਾਂ ਵਿੱਚ 2 ਸਿਪਾਹੀ ਚੌਕੰਨੇ ਬੈਠੇ ਰਹਿੰਦੇ। ਦੂਜੀ ਕੋਠੀ ਪਤਾ ਨਹੀਂ ਕਿਸ ਦੀ ਏ। ਇਸ ਪੂਰੀ ਕੋਠੀ ਉੱਤੇ ਇੰਜ ਲੱਗਦਾ ਜਿਵੇਂ ਕਿਸੇ ਮਿੱਟੀ ਦਾ ਪੋਚਾ ਫੇਰਿਆ ਹੋਵੇ, ਪਰ ਇਹ ਅਸਲੋਂ ਵਿਉਂਤ ਦੀ ਕੋਈ ਅਟਕਲ ਏ। ਇਹ ਸੜਕ ਲੰਮੇ-ਲੰਮੇ ਰੁੱਖਾਂ ਨਾਲ ਭਰੀ ਏ, ਜਿਸ ਵਿੱਚ ਸ਼ਰੀਂ, ਪਿੱਪਲ, ਟਾਹਲੀ, ਕਿੱਕਰ ਤੇ ਹੋਰ ਪੁਰਾਣੇ ਰੁੱਖ ਨੇ। ਇੱਕ ਪਲਾਟ ਉੱਤੇ ਲੱਗਦਾ ਕਿਸੇ ਕਬਜ਼ਾ ਕਰਨ ਦਾ ਆਹਰ ਕੀਤਾ, ਪਰ ਫਿਰ ਅੱਧ-ਪਚੱਧਾ ਕਰਕੇ ਛੱਡ ਗਿਆ। ਕੁਝ ਮਦਰਸੇ ਦੀ ਉਸਾਰੀ ਲੱਗਦੀ ਏ। 1-2 ਖਾਲੀ ਪਲਾਟਾਂ ਨੂੰ ਕੂੜੇ ਨਾਲ ਪੂਰਿਆ ਜਾਂਦਾ ਪਿਆ ਏ।
ਨਹਿਰ ਦੀ ਸੜਕ ਆਂਦੀ ਏ ਤੇ ਮੈਂ ਖੱਬੇ ਮੁੜ ਜਾਨਾ। ਸੜਕ ਦੇ ਫੁੱਟਪਾਥ ਦੇ ਨਾਲ ਘਾਹ ਦੀ ਚੌੜੀ ਪੱਟੀ ਤੇ ਹੁਣ ਬਗੀਚਾ ਬਣਾ ਦਿੱਤਾ ਹੋਇਆ ਏ। ਪਹਿਲੇ ਉੱਥੇ ਕੁਝ ਕਿਆਰੀਆਂ ਵਿੱਚ ਬੇਲ ਬੂਟੇ ਲੱਗੇ ਹੁੰਦੇ ਸਨ। ਹੁਣ ਬਾਗ ਜਿਹਾ ਬਣਾ ਕੇ ਬੈਂਚ ਰੱਖ ਦਿੱਤੇ ਹੋਏ ਨੇ। ਮੈਂ ਬਗੀਚੇ ਵਿੱਚੋਂ ਲੰਘ ਸਾਹਮਣੇ ਇੱਕ ਛੋਟੀ ਜਿਹੀ ਪਹਾੜੀ ਤੋਂ ਚੜ੍ਹ ਸਿੱਧਾ ਹੋ ਜਾਨਾ। ਇਹ ਨਹਿਰ ਦੇ ਖੱਬੇ ਪਾਸੇ ਦਾ ਇਲਾਕਾ ਏ ਤੇ ਚੰਗੀਆਂ ਪੁਰਾਣੀਆਂ ਕੋਠੀਆਂ। ਫਿਰ ਨਹਿਰ ਦੇ ਕੰਢੇ ਦੀ ਘਾਹ ਦੀ ਪੱਟੀ ਮੁੱਕਦੀ ਤੇ ਵਿੱਚ ਇੱਕ ਸੌੜਾ ਰਾਹ। ਇਹ ਬਹੁਤ ਗੰਦਾ ਰਾਹ ਏ ਤੇ ਨਿੰਮਾ ਨਿੰਮਾ ਪਾਣੀ ਸਿਮਰਿਆ ਏ। ਝੱਬ ਦੇ ਇਸ ਰਾਹ ਉੱਤੋਂ ਲੰਘ ਅੱਗੇ ਫਿਰ ਦੋ ਪਾਸੀਂ ਸੜਕ ਏ ਤੇ ਖੱਬੇ ਹੱਥ ਇੱਕ ਸ਼ਾਦੀ ਹਾਲ ਤੇ ਰੈਸਟੋਰੈਂਟ ਏ। ਮੈਂ ਦੋਵੇਂ ਸੜਕਾਂ ਪਾਰ ਕਰ ਤੁਰੀ ਜਾਨਾ। ਕੁਝ ਕੋਠੀਆਂ ਛੱਡ ਕੇ ਹੁਣ ਰਾਹ ਉੱਕਾ ਸੁੰਝਾ ਏ। ਭਾਵੇਂ ਸੜਕ ਪੱਕੀ ਏ ਪਰ ਆਬਾਦੀ ਕੋਈ ਨਹੀਂ। ਖੱਬੇ ਹੱਥ ਸਾਰੀ ਜ਼ਮੀਨ ਖਾਲੀ ਏ ਤੇ ਕਿਤੇ ਕਿਤੇ ਕੂੜੇ ਦੇ ਢੇਰ ਲੱਗੇ ਹੋਏ ਨੇ। ਦੂਰ ਕਿਤੇ ਮਰਿਆ ਕੁੱਤਾ ਪਿਆ ਏ ਜਿਸ ਦੀ ਮੁਸ਼ਕ ਖਿਲਰੀ ਹੋਈ ਏ। ਮੈਂ ਕੁਝ ਤ੍ਰਿਖਾ ਤੁਰ ਮੁਸ਼ਕ ਤੋਂ ਅਗਾਂਹ ਹੁੰਦਾ। ਕੁਝ ਹਨੇਰਾ ਵੀ ਪੈਣ ਲੱਗ ਪਿਆ ਏ। ਅੱਧ ਭਾਦੋਂ ਦਾ ਸੂਰਜ ਲਾਲੀ ਛੱਡ ਜਾਵਣ ਦੇ ਆਰ ਵਿੱਚ ਏ। ਚੋਖੇ ਮੀਂਹ ਪਿੱਛੋਂ ਹੁਣ ਨਿੰਮੀ ਨਿੰਮੀ ਵਾਹ ਝੁੱਲੇ ਪਈ। ਐਵੇਂ ਮਾੜੀ ਜਿਹੀ ਠਾਰ ਤੇ ਗਿੱਲ ਏ ਵਾਹ ਵਿੱਚ। ਪਾਰਕ ਵਿੱਚੋਂ ਤਾਂ ਸੂਰਜ ਨਜ਼ਰੀ ਨਹੀਂ ਆਉਂਦਾ, ਪਰ ਹੁਣ ਸੂਰਜ ਲਾਲ ਗੋਲੇ ਵਾਂਗ ਭਖਦਾ ਸਾਹਮਣੇ ਹੇਠਾਂ ਹੋਈ ਜਾਂਦਾ ਏ, ਜਿਵੇਂ ਜਾ ਕੇ ਰਾਤ ਦੀ ਰੋਟੀ ਪਕਾਉਣੀ ਏ। ਅਚਨਚੇਤ ਮੈਨੂੰ ਪਿੱਛੋਂ ਕਿਸੇ ਦੇ ਨੱਸ ਮੇਰੇ ਨਾਲ ਰਲਣ ਦੇ ਪੈਰਾਂ ਦੀ ਆਵਾਜ਼ ਆਉਂਦੀ ਏ। ਮੇਰਾ ਤਰਾਹ ਨਿਕਲ ਜਾਂਦਾ ਏ। ਇੱਕ ਮੁੰਡਾ ਨਾਲ ਤੁਰਨ ਲੱਗ ਪੈਂਦਾ ਏ। ਉਹ 12-13 ਵਰ੍ਹਿਆਂ ਦਾ ਹੋਣਾ। ਸਲਵਾਰ ਕਮੀਜ਼ ਪਾਈ, ਪੈਰੀ ਚੱਪਲਾਂ, ਹੱਥ ਵਿੱਚ ਉਹਨੇ ਛੋਟਾ ਜਿਹਾ ਛਾਪਰ ਫੜਿਆ ਹੋਇਆ ਏ। ਉਹ ਸਿੱਧਾ ਮੇਰੇ ਨਾਲ ਤੁਰੀ ਜਾਂਦਾ, ਮੋਢੇ ਨਾਲ ਮੋਢਾ ਜੋੜ ਕੇ। ਉਸ ਦੀ ਧੌਣ ਤੇ ਮੁੜਕਾ ਜਿਹਾ ਆਇਆ ਹੋਇਆ ਏ। ਮੈਂ ਉਸ ਵੱਲ ਵੇਖਣਾ ਤੇ ਸੋਚਣਾ ਕੋਈ ਗੱਲ ਕਰਾਂ। ਕਈ ਖਿਆਲ ਆਉਂਦੇ ਨੇ, ਇਹਦੇ ਨਾਲ ਹੋਰ ਵੀ ਹੋਣੇ। ਮੋਬਾਈਲ ਹੀ ਏ ਮੇਰੇ ਕੋਲ, ਉਹੀ ਖੋਹ ਲੈਣਗੇ, ਜਾਂ ਫਿਰ ਖੌਰੇ ਇਹ ਆਪੇ ਹੀ ਚਾਕੂ ਕੱਢ ਲਵੇ। ਜਿਵੇਂ ਨੱਸ ਕੇ ਨਾਲ ਰਲਿਆ ਏ, ਕੋਈ ਗੱਲ ਜ਼ਰੂਰ ਹੋਣੀ। ਪਰ ਉਹ ਕੁਝ ਵੀ ਨਹੀਂ ਕਹਿੰਦਾ, ਬਸ ਧੌਣ ਚੁੱਕੀ ਮੇਰੇ ਨਾਲ ਤੁਰੀ ਜਾਂਦਾ ਏ। ਮੈਂ ਚੋਹ ਰੱਖੀ ਉਹਨੂੰ ਤੱਕਣਾ, ਪਰ ਉਹਦਾ ਧਿਆਨ ਉੱਕਾ ਮੇਰੇ ਵੱਲ ਨਹੀਂ। ਮੂੰਹ ਮੁਹਾਂਦਰੇ ਤੋਂ ਸ਼ਹਿਰ ਦਾ ਨਹੀਂ ਲੱਗਦਾ। ਇੱਥੇ ਹੀ ਕਿਸੇ ਕੋਠੀ ਵਿੱਚ ਕੰਮ ਕਰਦਾ ਹੋਣਾ। ਹਨੇਰਾ ਪੈਰ ਖਲਾਰ ਪੱਸਰ ਪਿਆ ਏ। ਹਰ ਸ਼ੈ ਲੁਕ ਜਈ ਗਈ ਏ। ਇਹ ਅਸਲੋਂ ਹੀ ਅੱਤ ਸੁੱਜਾ ਰਾਹ ਏ। ਜਾਪੇ ਬਾਤ ਰਿੱਖੀ ਹੋ ਗਈ ਏ। ਸੂਰਜ ਦੀ ਬਸ ਯਾਦ ਹੀ ਰਹਿ ਗਈ ਏ। ਬਹੁਤੀ ਵਾਰੀ ਸੁੱਖੀ ਨਾਲ ਹੁੰਦਾ ਤਾਂ ਗੱਲਾਂ ਕਰਦੇ ਖਿਆਲ ਹੀ ਨਾ ਆਇਆ ਭਈ ਇਕੱਲੇ ਬੰਦੇ ਲਈ ਇਹ ਰਾਹ ਠੀਕ ਨਹੀਂ। ਸੱਜੇ ਹੱਥ ਘਾਹ ਦੀ ਚੌੜੀ ਪੱਟੀ ਤੇ ਟ੍ਰੈਫਿਕ ਦਾ ਵੱਗ। ਗੱਡੀਆਂ ਤੋਂ ਦੂਰੋਂ ਆਉਂਦਾ ਚਾਨਣ ਰਸਤੇ ਵਿੱਚ ਹੀ ਰਹਿ ਜਾਂਦਾ ਏ, ਪਰ ਉਹਨਾਂ ਦੇ ਵੱਗ ਦੀ ਆਵਾਜ਼ ਕੰਨੀ ਪੈਂਦੀ ਏ। 2-4 ਪਲ ਇੰਜ ਲੰਘਦੇ ਨੇ। ਅਚਨਚੇਤ ਮੈਨੂੰ ਲੱਗਦਾ ਏ ਭਈ ਇਹ ਤੇ ਮੈਂ ਆ। ਜਿਸ ਰਾਤੀਂ ਘਰੋਂ ਸੌਦਾ ਲੈਣ ਜਾਣਾ ਤੇ ਪਰਤਦੇ ਡਰਨਾ। ਮੇਰੇ ਚੇਤੇ ਵਿੱਚੋਂ ਕ੍ਰਿਸ਼ਨ ਨਗਰ ਦੀ ਗਲੀ ਅਚਨਚੇਤ ਲੰਘ ਜਾਂਦੀ ਏ। 1000 ਵਾਰ ਹੰਢਾਈ, ਭੋਗੀ ਤੇ ਚੇਤਿਓਂ ਅਚੇਤ ਹੋਈ ਮੇਰੀ ਬਾਲਪਣ ਦੀ ਗਲੀ। ਰਾਤੀਂ ਚਾਚੀ ਐਵੇਂ ਸੌਦਾ ਲੈਣ ਭੇਜ ਦੇਣਾ, ਦਹੀਂ ਜਾਂ ਕੋਈ ਹੋਰ ਘਰ ਲਈ ਵਸਤ। ਮੈਂ ਸਭ ਤੋਂ ਵੱਡਾ ਸਾਂ, ਸੋ ਇਸ ਡਰ ਦੀ ਮਿਲਣੀ ਮੇਰੇ ਹਿੱਸੇ ਆਈ। ਮਾਂ ਕਹਿਣਾ, ਯਤੀਮਾਂ ਦੀ ਆਹ ਪਵੇਗੀ, ਆਪਣੇ ਪੁੱਤਰਾਂ ਨੂੰ ਕਿਉਂ ਨਹੀਂ ਭੇਜਦੀ? ਪਰ ਅਜਿਹਾ ਕੁਝ ਨਾ ਹੋਇਆ। ਚਾਚੀ 80-90 ਵਰ੍ਹੇ ਜੀ ਕੇ ਜੱਗ ਛੱਡਿਆ ਤੇ ਦੋਵੇਂ ਮੁੰਡੇ ਅਮਰੀਕਾ ਵਿੱਚ ਸਟੋਰਾਂ ਦੇ ਮਾਲਿਕ ਤੇ ਕਰੋੜਪਤੀ ਬਣੇ। ਉਦੋਂ ਰਾਤੀ 10 ਵਜੇ ਮਗਰੋਂ ਬਾਜ਼ਾਰ ਬੰਦ ਹੋ ਜਾਣਾ। ਨਿਰੀਆਂ ਪਾਨ ਸਿਗਰਟ ਤੇ ਦੁੱਧ ਦਹੀਂ ਦੀਆਂ ਹੱਟੀਆਂ ਖੁੱਲ੍ਹੀਆਂ ਰਹਿਣੀਆਂ ਤੇ ਫਿਰ ਉਹ ਵੀ 11-12 ਵਜੇ ਤੀਕ ਬੰਦ ਹੋ ਜਾਣੀਆਂ। ਇਹ 1960 ਦੇ ਦਹਾਕੇ ਦਾ ਅਖੀਰ। ਮੈਂ 5ਵੀਂ-6ਵੀਂ ਪੜ੍ਹਦਾ ਹੋਣਾ। ਟੈਲੀਵਿਜ਼ਨ ਵਿਰਲੇ ਘਰਾਂ ਵਿੱਚ ਹੀ ਸੀ ਤੇ ਉਹ ਵੀ 10 ਵਜੇ ਬੰਦ ਹੋ ਜਾਣਾ। ਚਾਚੀ ਨੂੰ ਖੌਰੇ 9 ਵਜੇ ਕਿਉਂ ਸੌਦਾ ਮੰਗਾਉਣ ਦਾ ਖਿਆਲ ਆਉਂਦਾ। ਥੱਲਿਓਂ ਵਿਹੜੇ ਵਿੱਚੋਂ ਕਿਸੇ ਮੇਰਾ ਨਾਂ ਸੱਦਣਾ ਤੇ ਮੇਰਾ ਦਿਲ ਕਰੇ ਨਾ ਕਰੇ ਮੈਂ ਉੱਠਣਾ ਤੇ ਮਨ ਵਿੱਚ ਚਾਚੇ ਦੇ ਟੱਬਰ ਨੂੰ ਗਾਲਾਂ ਕੱਢਦੇ ਮਾਸੂਮ ਜਿਹਾ ਮੂੰਹ ਬਣਾ ਥੱਲੇ ਆ ਜਾਣਾ। ਚਾਚੀ ਸੌਦੇ ਦੇ ਪੈਸੇ ਦੇਣੇ।
ਸਾਡੇ ਘਰ ਦੇ ਖੱਬੇ ਹੱਥ ਗਲੀ ਸਿੱਧੀ ਬਾਜ਼ਾਰ ਜਾਂਦੀ ਹੋਵੇ। 10-15 ਮਿੰਟ ਦਾ ਰਾਹ ਸਾਰਾ। ਜਾਵਣ ਲੱਗੇ ਤਾਂ ਮੈਂ ਦੌੜਦੇ ਜਾਣਾ, ਪਰ ਪਰਤਦਿਆਂ ਮੈਨੂੰ ਡਰ ਲੱਗਣਾ। ਸੌਦਾ ਲੈ ਪਰਤਦੇ ਜਦ ਗਲੀ ਵਿੱਚ ਵੜਦਾ ਤੇ ਲੰਮੀ ਹਨੇਰੇ ਅੰਦਰ ਡੁੱਬੀ ਗਲੀ ਵਿੱਚ ਕੁਝ ਨਜ਼ਰੀ ਨਾ ਪੈਂਦਾ, ਮੇਰੇ ਦਿਲ ਨੂੰ ਹੌਲ ਪੈਣੇ। ਬਾਜ਼ਾਰ ਜਾਵਣ ਲਈ ਇੱਕ ਵੱਡੀ ਖੁੱਲ੍ਹੀ ਸੜਕ ਵੀ ਸੀ। ਖੁੱਲ੍ਹੀ ਸੜਕੇ ਮੈਨੂੰ ਬਹੁਤਾ ਡਰ ਆਉਣਾ, ਕਿਉਂ ਜੇ ਉਹ ਬਹੁਤੀ ਸੁੰਜੀ ਹੋਵੇ। ਨਾਲੇ ਇਸ ਸੜਕ ਤੇ ਕਈ ਵਾਰ ਅਵਾਰਾ ਕੁੱਤੇ ਵੀ ਟੱਕਰ ਜਾਂਦੇ। ਖੁੱਲ੍ਹੀ ਸੜਕ ਉੱਤੇ ਕਈ ਵਾਰ 1-2 ਮਸ਼ਕੂਕ ਬੰਦੇ ਵੀ ਹਨੇਰੇ ਵਿੱਚ ਖੜੇ ਹੁੰਦੇ, ਜਿਹੜੇ ਕੋਈ ਨਸ਼ਾ ਕਰਦੇ ਸਨ ਜਾਂ ਕੁਝ ਹੋਰ, ਤੇ ਉਹਨਾਂ ਕੋਲੋਂ ਮੈਨੂੰ ਬਹੁਤਾ ਡਰ ਆਉਣਾ। ਇਸ ਲਈ ਹਮੇਸ਼ਾ ਉਸ ਗਲੀ ਤੋਂ ਪਰਤਦਾ ਜੋ ਸਾਡੇ ਘਰ ਦੇ ਨਾਲ ਸੀ। ਬਾਜ਼ਾਰ ਵਿੱਚ ਗਲੀ ਦੀ ਨੁੱਕਰ ਤੇ ਲਲਾਰੀ ਦੀ ਹੱਟੀ ਸੀ। ਸਾਰਾ ਦਿਨ ਉਸ ਘਰ ਦੀਆਂ ਕੰਧਾਂ ਨਾਲ ਲੰਮੀ ਡੋਰੀ ਉੱਤੇ ਰੰਗ-ਰੰਗ ਦੇ ਕੱਪੜੇ ਪਾ ਸੁਕਾਉਣੇ। ਰਾਤੀਂ ਉਸ ਥਾਂ ਰੰਗ ਡੁੱਲਣ ਨਾਲ ਗਲੀ ਦੀ ਨੁੱਕਰ ਵਾਲੀ ਸੜਕ ਰੰਗਾਂ ਨਾਲ ਰੰਗਲੀ ਹੋਣੀ। ਦੂਜੀ ਨੁੱਕਰ ਦੇ ਨਾਲ ਪਰਚੂਨ ਥੋਕ ਦੀ ਹੱਟੀ ਸੀ, ਜਿੱਥੋਂ ਅਸੀਂ ਘਰ ਦਾ ਬਹੁਤਾ ਸੌਦਾ ਲੈਂਦੇ ਸਾਂ। ਉਦੋਂ ਕੱਪੜੇ ਧੋਣ ਦਾ ਸਾਬਣ ਘਰਾਂ ਵਿੱਚ ਬਣਾਇਆ ਜਾਂਦਾ ਸੀ, ਜਿਸ ਦਾ ਸਾਰਾ ਸਮਾਨ ਇਨ੍ਹਾਂ ਹੱਟੀਆਂ ਤੋਂ ਮਿਲਦਾ ਸੀ, ਜਿਸ ਵਿੱਚ ਮੈਦਾ, ਸੋਡਾ, ਪੋਟਾਸ਼ ਤੇ ਹੋਰ ਕੀ ਕੁਝ ਹੁੰਦਾ ਸੀ। ਇਹ ਗਲੀ ਪੌਂਦ ਵਿੱਚ ਬਹੁਤ ਸੌੜੀ ਤੇ ਕੁਝ ਵਿੰਗੀ ਜਿਹੀ ਸੀ। ਦੋਵੇਂ ਪਾਸੇ ਵੰਡ ਤੋਂ ਅਗਦੋਂ ਦੇ ਹਿੰਦੂਆਂ ਦੇ ਵੱਡੇ-ਵੱਡੇ ਘਰ, ਜਿਨ੍ਹਾਂ ਵਿੱਚ ਹੁਣ ਪਤਾ ਨਹੀਂ ਕੌਣ ਰਵੇ। ਇਹ ਮਕਾਨ ਕਈ ਮੰਜ਼ਲੇ, ਬਹੁਤੇ ਸੋਹਣੇ, ਲੱਕੜ ਦੇ ਦਰਵਾਜ਼ੇ ਤੇ ਬਾਰੀਆਂ ਤੇ ਆਪਣੇ ਮਾਲਕਾਂ ਦੀ ਯਾਦ ਦਿਵਾਉਣ, ਜਿਨ੍ਹਾਂ ਬਾਰੇ ਸੋਚ ਕੇ ਦਿਲ ਉਦਾਸ ਹੋ ਜਾਂਦਾ ਏ। ਇੱਥੇ ਹਮੇਸ਼ਾ ਬਹੁਤ ਗੂੜਾ ਹਨੇਰਾ ਹੋਣਾ। ਇਹ ਵੀ ਸੁਣਨ ਵਿੱਚ ਆਉਂਦਾ ਭਈ ਹਿੰਦੂ ਤਾਂ ਚਲੇ ਗਏ ਹਨ, ਪਰ ਪਿੱਛੇ ਭੂਤ ਛੱਡ ਗਏ ਹਨ। ਮੈਨੂੰ ਬਹੁਤਾ ਡਰ ਅਜਿਹੇ ਮਕਾਨਾਂ ਤੋਂ ਆਉਂਦਾ। ਇਹਨਾਂ ਮਕਾਨਾਂ ਮਗਰੋਂ ਸੱਜੇ ਖੱਬੇ ਇੱਕ ਗਲੀ ਆਉਂਦੀ ਸੀ, ਪਰ ਮੈਂ ਸਿੱਧਾ ਤੁਰਿਆ ਜਾਂਦਾ। ਕੁਝ ਮਕਾਨ ਛੱਡ ਕੇ ਇੱਕ ਹੋਰ ਗਲੀ ਆਉਂਦੀ ਤੇ ਫਿਰ ਖੱਬੇ ਹੱਥ ਇੱਕ ਘਰ ਵਿੱਚ ਕਬਰ ਬਣੀ ਹੋਈ ਸੀ। ਕਬਰ ਦੁਆਲੇ 4 ਦੀਵਾਰੀ ਸੀ ਤੇ ਬਾਹਰ ਵੱਲ ਨੂੰ ਬਹੁਤ ਪੁਰਾਣੀ ਲੱਕੜੀ ਦਾ ਬੂਹਾ ਸੀ, ਜੋ ਹੁਣ ਵਿੱਚ ਗਲ ਗਿਆ ਸੀ। ਕਿਸੇ ਨੂੰ ਨਾ ਪਤਾ ਭਈ ਇਹ ਕਿਸ ਦੀ ਕਬਰ ਹੈ, ਪਰ ਸੀ ਵੰਡ ਤੋਂ ਅਗਦੋਂ ਦੀ। ਸਭ ਤੋਂ ਬਹੁਤਾ ਡਰ ਇਸ ਕਬਰ ਕੋਲੋਂ ਲੰਘਦੇ ਹੀ ਆਉਣਾ। ਦਿਨੇ ਤਾਂ ਔਖੇ ਸੌਖੇ ਤ੍ਰਿਖਾ ਦੌੜ ਕੇ ਇਸ ਕਬਰ ਕੋਲੋਂ ਲੰਘ ਜਾਣਾ, ਪਰ ਰਾਤੀਂ ਇਸ ਕਬਰ ਵਾਲੀ ਗਲੀ ਦੇ ਆਉਣ ਤੋਂ ਅਗਦੋਂ ਹੀ ਖੱਬੇ ਪਾਸੇ ਵਾਲੀ ਗਲੀ ਵੱਲ ਮੁੜ ਜਾਣਾ ਤੇ ਵਲਾ ਕੇ ਕਬਰ ਤੋਂ ਅਗਦੋਂ ਦੇ ਰਾਹ ਤੋਂ ਮੁੜ ਆਉਣਾ। ਇੱਕ ਹੋਰ ਗਲੀ ਤੋਂ ਹੋ ਕੇ ਮੈਂ ਮੁੜ ਆਪਣੀ ਗਲੀ ਵਿੱਚ ਆ ਜਾਣਾ। ਆਪਣੀ ਗਲੀ ਵਿੱਚ ਆਉਂਦਿਆਂ ਉਹ ਚੱਕੀ ਆਉਂਦੀ, ਜਿੱਥੋਂ ਅਸੀਂ ਆਟਾ ਲੈਂਦੇ ਸਾਂ। ਇਸ ਵੇਲੇ ਉਹ ਚੱਕੀ ਬੰਦ ਹੋਣੀ ਤੇ ਇੱਕ ਨਿੰਮਾ ਜਿਹਾ ਬਲਬ ਜਗਦਾ ਹੋਣਾ। ਮੇਰੀਆਂ ਅੱਖਾਂ ਅੱਗੋਂ ਮੀਆਂ ਬੀਵੀ ਦੇ ਮੁੱਖ ਲੰਘ ਜਾਣੇ, ਜੋ ਮੂੰਹ ਉੱਤੇ ਮੰਡਾਸੇ ਬੰਨ੍ਹ ਕੇ ਸਾਰਾ ਦਿਨ ਚੱਕੀ ਵਿੱਚ ਆਟਾ ਪੀਂਦੇ ਸਨ, ਤੇ ਇੱਕ ਪਾਸੇ ਸਾਬਤ ਕਣਕ ਤੇ ਦੂਜੇ ਪਾਸੇ ਪੀਸਿਆ ਹੋਇਆ ਆਟਾ ਪਿਆ ਰਹਿਣਾ। ਪਤਾ ਨਹੀਂ ਕਿਉਂ ਚੱਕੀ ਵੇਖ ਮੇਰਾ ਅੱਧਾ ਡਰ ਲੈ ਜਾਣਾ। ਹੁਣ ਮੈਂ ਮੁੜ ਆਪਣੀ ਗਲੀ ਵਿੱਚ ਵੜ ਕੇ ਸਿੱਧਾ ਤੁਰਨ ਲੱਗ ਪੈਣਾ। ਹੁਣ ਮੇਰਾ ਰਾਹ ਅੱਧਾ ਹੋ ਗਿਆ ਹੋਣਾ। ਇੱਥੇ ਗਲੀ ਵਿੱਚ ਕੁਝ ਥਾਂਏ ਹਨੇਰਾ ਹੁੰਦਾ ਤੇ ਕੁਝ ਥਾਂ ਘਰਾਂ ਵਿੱਚੋਂ ਨਿੰਮਾ ਚਾਨਣ ਡੁੱਲਦਾ, ਜਿਹੜਾ ਰੌਸ਼ਨਦਾਨਾਂ ਤੇ ਬਾਰੀਆਂ ਵਿੱਚੋਂ ਆਉਂਦਾ। ਗਲੀ ਵਿੱਚ ਸਟਰੀਟ ਲਾਈਟ ਕੋਈ ਨਾ, ਪਰ ਵਿਰਲੇ ਘਰਾਂ ਬੂਹੇ ਕੋਲ ਨਿੰਮੇ ਚਾਨਣ ਵਾਲੇ ਬਲਬ ਲਾਏ ਹੋਏ ਸਨ। ਸਭ ਤੋਂ ਬਹੁਤਾ ਡਰ ਓਪਰੇ ਬੰਦੇ ਤੋਂ ਆਉਂਦਾ। ਉਹਨੂੰ ਵੇਖ ਪੈਰ ਹੌਲੇ ਕਰ ਲੈਣੇ ਤੇ ਜਦ ਉਸ ਵਾਹਵਾ ਦੂਰ ਹੋ ਜਾਣਾ ਤਾਂ ਫਿਰ ਉਸ ਦੇ ਪਿੱਛੇ ਵਿੱਥ ਰੱਖ ਕੇ ਤੁਰੀ ਜਾਣਾ। ਜਦ ਕੋਈ ਜੀ ਜਾਣ ਪਛਾਣ ਵਾਲਾ ਨਜ਼ਰੀ ਪੈ ਜਾਣਾ, ਸਮਝੋ ਰਾਹ ਮੁੱਕ ਜਾਣਾ। ਦਿਲ ਅਜਬ ਜਿਹੀ ਤਰੰਗ ਨਾਲ ਭਰ ਜਾਣਾ। ਸਾਹ ਵਿੱਚ ਸਾਹ ਆ ਜਾਣਾ। ਸਾਰਾ ਡਰ ਲੈ ਜਾਂਦਾ, ਸਗੋਂ ਮੈਂ ਹੌਲਾ ਤੇ ਖੁਸ਼ ਹੋ ਜਾਣਾ ਤੇ ਜਾਂਦੇ ਬੰਦੇ ਦੇ ਨਾਲ ਰਲ ਉਹਦੇ ਪਿੱਛੇ ਤੁਰਨ ਲੱਗ ਪੈਣਾ। ਕਈ ਵਾਰ ਜਾਣੂ ਬੰਦੇ ਨੇ ਵੇਖ ਹੱਸ ਕੇ ਕਹਿਣਾ, ਮਾਸੀ ਛੀਂਦਾਂ ਦਾ ਪੁੱਤਰ ਹੈ ਨਾ ਤੂੰ? ਚਾਚੀ ਬੜਾ ਜ਼ੁਲਮ ਕਰਦੀ ਏ, ਇਸ ਵੇਲੇ ਸੌਦਾ ਲੈਣ ਕਿਉਂ ਭੇਜਦੀ ਏ? ਕੋਈ ਨਹੀਂ ਬੈਰੀ, ਇਹ ਦਿਨ ਵੀ ਮੁੱਕ ਜਾਣਗੇ। ਅੱਜ ਮੈਂ ਚੇਤੇ ਕਰਨਾ,
ਲੋਕਾਂ ਨੂੰ ਇਹਨਾਂ ਗੱਲਾਂ ਦਾ ਕਿਵੇਂ ਪਤਾ ਲੱਗ ਜਾਂਦਾ ਸੀ? ਅੱਧ ਗਲੀ ਟੱਪ ਕੇ ਮੇਰਾ ਡਰ ਵੀ ਅੱਧਾ ਰਹਿ ਜਾਂਦਾ, ਕਿਉਂ ਜੋ ਬਹੁਤੇ ਘਰ ਉਹ ਸਨ ਜਿਨ੍ਹਾਂ ਨੂੰ ਮੈਂ ਜਾਣਦਾ ਸਾਂ। ਹਾਸ਼ਮੀ ਸਾਹਿਬ ਬੈਂਕ ਵਾਲੇ, ਰਫੀਕ ਸਾਹਿਬ ਰੇਲਵੇ ਵਾਲੇ, ਨਾਜੀ ਬਾਜੀ ਸੁਰਿਆ ਤੇ ਚੀਮਾ ਸਾਹਿਬ ਜਿਨ੍ਹਾਂ ਦੀਆਂ 4 ਜਵਾਨ ਕੁੜੀਆਂ ਸਨ, ਤੇ ਅਖੀਰ ਉੱਤੇ ਖੱਡੀਆਂ ਵਾਲੇ ਮੀਆਂ ਜੀ ਤੇ ਗੁੱਜਰਾਂ ਦੇ ਘਰ। ਐਵੇਂ ਚੇਤੇ ਪਿਆ ਇੱਕ ਹੋਰ ਰਾਹ ਵੀ ਸੀ ਜਿਸ ਤੋਂ ਡਰਦਾ ਸਾਂ। ਇਹ ਮੇਰੇ ਸਕੂਲ ਦਾ ਰਾਹ ਸੀ। ਸਕੂਲ ਦੀ ਸੜਕ ਤੋਂ ਇੱਕ ਬਹੁਤ ਸੌੜੀ ਜਿਹੀ ਗਲੀ ਸੀ ਜੋ ਮੁੜ ਸਿੱਧੀ ਅਰਜੁਨ ਰੋਡ ਦੀ ਵਿਸ਼ਾਲ ਸੜਕ ਤੇ ਨਿਕਲਦੀ ਸੀ, ਤੇ ਸੜਕ ਪਾਰ ਕਰ ਸਾਹਮਣੇ ਸਾਡਾ ਘਰ ਸੀ। 5-7 ਮਿੰਟ ਦਾ ਰਾਹ ਹੋਣਾ ਉਸ ਗਲੀ ਦਾ। ਇਹ ਅਸਲੋਂ ਨਿੱਕਾ ਰਾਹ ਸੀ ਸਾਡੇ ਘਰ ਦਾ। ਇਸ ਤੇ ਬੱਸ, ਸਾਈਕਲ ਜਾਂ ਮੋਟਰਸਾਈਕਲ ਚੱਲ ਸਕਦੀ ਸੀ, ਤੇ ਮੋਟਰਸਾਈਕਲਾਂ ਉਦੋਂ ਹੁੰਦੀਆਂ ਨਹੀਂ ਸਨ। ਸਾਈਕਲ ਹੁੰਦੇ ਸਨ ਤੇ ਸਰਕਾਰੀ ਮੁਲਾਜ਼ਮ ਸਾਈਕਲਾਂ ਉੱਤੇ ਦਫ਼ਤਰ ਜਾਂਦੇ ਸਨ। ਇਸ ਸੌੜੇ ਰਾਹ ਉੱਤੇ ਇੱਕ ਬੇਰੀ ਵੀ ਸੀ, ਬਹੁਤ ਪੁਰਾਣੀ ਤੇ ਘਣੀ, ਵੰਡ ਤੋਂ ਅਗਦੋਂ ਦੀ ਹੋਣੀ। ਗੱਲ ਧੁੰਮੀ ਸੀ ਪਈ ਇਸ ਬੇਰੀ ਵਿੱਚ ਚੁੜੇਲਾਂ ਤੇ ਭੂਤ ਰਹਿੰਦੇ ਨੇ, ਪਰ ਸਾਨੂੰ ਬਹੁਤਾ ਡਰ ਨਾ ਲੱਗਣਾ, ਕਿਉਂ ਜੇ ਸਕੂਲ ਦੇ 2-4 ਬੇਲੀ ਨਾਲ ਹੋਣੇ। ਪਰ ਜੇ ਸਾਨੂੰ ਡਰ ਵੀ ਆਉਣਾ ਤੇ ਅਸੀਂ ਭੱਜ ਕੇ ਨੱਸ ਕੇ ਉਸ ਕੋਲੋਂ ਲੰਘ ਜਾਣਾ। ਮੈਂ ਇਸ ਸਕੂਲ 5ਵੀਂ ਤੀਕ ਪੜ੍ਹਿਆ ਤੇ ਸਾਡੇ ਨਾਲ ਕੁੜੀਆਂ ਵੀ ਹੁੰਦੀਆਂ ਸਨ। ਸਕੂਲੋਂ ਛੁੱਟੀ ਵੇਲੇ ਕੁੜੀਆਂ ਦੀ ਘਟਾਣੀ ਵੀ ਹੋਣੀ, ਜਿਨ੍ਹਾਂ ਵਿੱਚ ਕੌਸਰ ਵੀ ਹੁੰਦੀ, ਤੇ ਉਹ ਮੈਨੂੰ ਬੜੀ ਚੰਗੀ ਲੱਗਦੀ ਸੀ। ਅਸਾਂ ਬੇਰੀ ਕੋਲੋਂ ਲੰਘਦੇ ਚੀਕਾਂ ਮਾਰਦਿਆਂ ਨੱਸਣਾ, ਚੁੜੇਲ ਆ ਗਈ, ਤੇ ਕੁੜੀਆਂ ਡਰ ਕੇ ਸਾਡੇ ਨਾਲ ਤੁਰਨਾ। ਇੱਕ ਹੱਥ ਵਿੱਚ ਖਾਕੀ ਰੰਗ ਦਾ ਬਸਤਾ ਹੋਣਾ ਤੇ ਦੂਜੇ ਹੱਥ ਵਿੱਚ ਤਖਤੀ। ਕੁੜੀਆਂ ਸਾਡੇ ਨਾਲ ਤੁਰਨਾ, ਪਰ ਜਦ ਅਸੀਂ ਜ਼ਰਾ ਜਿਹਾ ਬੇਰੀ ਤੋਂ ਅਗਾਂਹ ਹੋਣਾ, ਉਹਨਾਂ ਝੱਟ ਸਾਡੇ ਤੋਂ ਵਿੱਥ ਕਰਦਿਆਂ ਗਾਇਬ ਹੋ ਜਾਣਾ। ਫਿਰ ਇਹ ਗਲੀ ਖੌਰੇ ਅਯੂਬ ਖਾਨ ਦੇ ਨਾਲ ਹੀ ਗਾਇਬ ਹੋ ਗਈ, ਪਰ ਹੁਣ ਖੌਰੇ ਕਿੱਥੋਂ ਚੇਤੇ ਵਿੱਚੋਂ ਨਿਕਲ ਆਈ 57 ਵਰ੍ਹਿਆਂ ਪਿੱਛੋਂ। ਅਚਨਚੇਤ ਮੈਨੂੰ ਜਾਪਿਆ ਸੁੰਜੀ ਸੜਕ ਮੁੱਕ ਗਈ ਏ ਤੇ ਮੈਂ ਇਕੱਲਾ ਹੀ ਤੁਰੀ ਜਾਂਦਾ ਪਿਆ। ਮੇਰੇ ਨਾਲ ਚੱਲਦਾ ਮੁੰਡਾ ਪਤਾ ਨਹੀਂ ਕਦੋਂ ਦਾ ਅਲੋਪ ਹੋ ਗਿਆ ਹੋਇਆ ਸੀ। ਉਹਦਾ ਘਰ ਆ ਗਿਆ ਹੋਣਾ। ਹੁਣ ਮੇਰੇ ਸੱਜੇ ਹੱਥ ਨਹਿਰ ਦੀ ਸੜਕ ਏ ਤੇ ਖੱਬੇ ਹੱਥ ਇੱਕ ਹੋਰ ਸੁੰਜੀ ਸੜਕ। ਇਸ ਸੜਕ ਦੇ ਸੱਜੇ ਹੱਥ ਉੱਚੀ ਜਿਹੀ ਲੰਮੀ ਕੰਧ ਏ ਜੋ ਵੇਲਾਂ ਨਾਲ ਢੱਕੀ ਹੋਈ ਏ, ਤੇ ਖੱਬੇ ਹੱਥ ਸਾਂ ਕਰਦੀਆਂ ਕੋਠੀਆਂ ਦੀ ਪਾਲ ਏ। ਸਿੱਲੀ ਹਵਾ ਦਾ ਬੁੱਲਾ ਮੂੰਹ ਉੱਤੇ ਵੱਜਦਾ ਏ, ਜਿਵੇਂ ਮੁੜ ਮੀਂਹ ਲੱਥਣ ਵਾਲਾ ਹੋਵੇ। ਅੰਤਾਂ ਦਾ ਹਨੇਰਾ ਏ। ਇਹ ਕਿੱਥੇ ਨਿਕਲ ਆਇਆ ਹਾਂ? ਇਹ ਪੁਰਾਣਾ ਮੁਹੱਲਾ ਤਾਂ ਹੈ ਨਹੀਂ, ਤੇ ਮੈਂ ਤੇਜ਼ ਤੁਰਨ ਲੱਗ ਪਿਆ ਹਾਂ।